ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਰਾਏ ਬਿਸਾਲੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦੂਸਰਾ, ਘੜਿਆਲੀ ਨੇ ਟੰਕਾਰ ਲਈ। ਤ੍ਰਿਪਹਿਰਾ ਵੱਜ ਗਿਆ। ਮਿੱਠੀ ਮਿੱਠੀ ਹਵਾ ਦਰਿਆ ਦੇ ਪਾਰੋਂ ਆ ਰਹੀ ਹੈ। ਕਿਸੇ ਵੇਲੇ ਇਹ ਹਵਾ ਤ੍ਰਿਖੇ ਬੁੱਲੇ ਦੇ ਰੂਪ ਵਿੱਚ ਆਉਂਦੀ ਹੈ ਤੇ ਆਪਣੇ ਨਾਲ ਕਈ ਮਿੱਠੀ ਸੁਰੀਲੀ ਸੁਰ ਕਿਸੇ ਪਿਆਰਾਂ ਨਾਲ ਗਾਏ ਜਾ ਰਹੇ ਸੰਗੀਤ ਦੀ ਲਿਆਉਂਦੀ ਹੈ। ਆਸਮਾਨ ਨੀਲਾ ਨੀਲਾ ਟਹਿਕ ਰਿਹਾ ਹੈ। ਤਾਰਿਆਂ ਦੀ ਬੇਮਾਲੂਮ ਚਾਲ ਇਸ ਦੇ ਬੇਖੜਾਕ ਨਾਚ ਦੀ ਸੱਤ ਤਾਂ ਨਹੀਂ ਦਿੰਦੀ, ਪਰ ਅੱਖਾਂ ਨੂੰ ਇਸ ਦਾ ਬਦਲਾਵ ਆਪਣੀ ਚਾਲ ਦਾ ਪਤਾ ਦੇ ਰਿਹਾ ਹੈ ਤੇ ਮਿੱਠਾ ਮਿੱਠਾ ਪ੍ਰਭਾਵ ਵਰਸਾ ਰਿਹਾ ਹੈ। ਸ਼ੋਰ ਸ਼ਰਾਬੇ ਵਾਲੀ ਦੁਨੀਆ ਮੌਤ ਦੀ ਨਿੱਕੀ ਭੈਣ ਦੀ ਝੋਲੀ ਵਿੱਚ ਟਿੱਕੀ ਹੋਈ ਹੈ। ਇਸ ਚੁੱਪਚਾਨ ਵਿੱਚ ਕੁਦਰਤ ਦਾ ਆਪਣਾ ਸੁਭਾਅ ਨਿਖਰ ਨਿਖਰ ਕੇ ਆਪਾ ਦਿਖਾ ਰਿਹਾ ਹੈ। ਪਾਰੋਂ ਆ ਰਹੀ ਹੈ ਸੋਹਣਿਆਂ ਗਲੀਆਂ ਦੀਆਂ ਤਰਬਾਂ ਤਾਰਾਂ ਤੋਂ ਥਰਰਾਉਂਦੀ ਤੇ ਕਾਂਬੇ ਲੈਂਦੀ ਸੁਹਾਵ ਦੇ ਰੰਗ ਵਿੱਚ ਟਿਕਵੀਂ ਪਰ ਸਾਫ਼ ਆਵਾਜ਼ ਜੋ ਖੁਸ਼ੀ ਦੀ ਝਰਨਾਟ ਛੇੜਦੀ ਹੈ। ਪਰ ਬੇਉਛਾਲ ਜੋ ਖੁਸ਼ੀ ਦੀ ਝਰਨਾਟ ਕੇ ਅੰਦਰ ਨੂੰ ਤੇ ਅੰਦਰੋਂ ਕਿਸੇ ਡੂੰਘੇ ਵਲਵਲਿਆਂ ਦੇ ਦੇਸ਼ ਨੂੰ ਲਿਜਾ ਰਹੀ ਹੈ, ਜਿੱਥੇ ਜਾ ਕੇ ਚਿੱਤ ਦੀ ਵਿਰਲੀ ਤੇ ਵਿਥਾਂ ਵਾਲੀ ਚੇਤਨਾ ਅਵਿਰਲਤਾ ਤੇ ਅਵਿਥਤਾ ਵਿੱਚ ਲੀਨ ਹੁੰਦੀ ਜਾਂਦੀ ਹੈ। ਹਾਂ, ਹੁਣ ਤਾਂ ਬਿਸਾਲੀ ਵਿੱਚੋਂ ਵੀ ਇਹੋ ਜਿਹੇ ਪਿਆਰੇ ਰਾਗ ਦੀ ਝਰਨਾਟ ਵਧੇਰੇ ਸਫਾ ਤੇ ਸਮਝੇ ਪੈਣ ਵਾਲੀ ਆਉਣ ਲੱਗ ਪਈ ਹੈ। ਰਾਜ ਘਰ ਦਾ ਪਿਛਲਾ ਨਿੱਕਾ ਦਰਵਾਜ਼ਾ ਮਲਕੜੇ ਖੁੱਲਿਆ। ਕੋਈ ਬਾਹਰ ਆਇਆ। ਦਰਵਾਜ਼ਾ ਭੀੜਿਆ ਗਿਆ। ਕਿਸੇ ਛੇਕ ਵਿੱਚ ਕੁੰਜੀ ਫਿਰੀ ਤੇ ਇਹ ਬਾਹਰ ਆਇਆ ਮਨੁੱਖ ਝੁੰਮ ਮਾਰ ਕੇ ਟੁਰ ਪਿਆ ਆਵਾਜ਼ ਸੰਗੀਤ ਦੀ ਸੇਧ ਤੇ ਬਿਸਾਲੀ ਵਿੱਚ ਹੀ। ਹਾਂ, ਗਿਆ ਉਹ ਉਸ ਸੰਗੀਤ ਸੇਧ ਤੇ ਜੋ ਕਿ ਸੰਗੀਤ ਸਦ ਬਿਸਾਲੀ ਵਿੱਚੋਂ ਹੀ ਕੰਧਾਂ ਕੋਠੇ ਟੱਪ ਗਲੀਆਂ ਕੂਚੇ ਲੰਘ ਰਾਜ ਮੰਦਰ ਤੋਂ ਬਾਹਰ ਜੂਹਾਂ ਤੱਕ ਜਾ ਰਹੀ ਸੀ ਤੇ ਰਸ ਦਾ ਸੁਨੇਹਾ ਦੇ ਰਹੀ ਸੀ। ਝੁੰਬ ਮਾਰ ਸੂਰਤ ਇਸ ਦੀ ਸੇਧ ਤੇ ਤੁਰ ਗਈ ਤੇ ਜਾ ਪਹੁੰਚੀ। ਨਿੱਕਾ ਜਿਹਾ ਕੱਚਾ ਥਾਂ ਹੈ, ਪਰ ਖੁੱਲ੍ਹਾ ਤੇ ਵੱਡਾ। ਬੂਹਾ ਖੁੱਲ੍ਹਾ ਹੈ, ਪਰ ਅੰਦਰ ਜਾਣ ਦੀ ਰੋਕ ਕੋਈ ਨਹੀਂ। ਸੋ ਝੁੰਬ ਵਾਲਾ ਲੰਘ ਗਿਆ। ਅੰਦਰ ਘਿਓ ਦਾ ਦੀਵਾ ਬਲ ਰਿਹਾ ਹੈ। ਸੰਗਤ ਜੁੜੀ ਬੈਠੀ ਹੈ। ਕੀਰਤਨ ਹੋ ਰਿਹਾ ਹੈ। ਬਿਸਾਲੀ ਤੇ ਕੀਰਤਨ ਆਸਾ ਦੀ ਵਾਰ। ਬਿਸਾਲੀ ਤੋਂ ਦਰਿਆਓਂ ਪਾਰ ਤਾਂ ਦਾਤਾ ਜੀ ਜੰਗ ਵਿੱਚ ਜੁਟੇ ਪਏ ਹਨ ਤੇ ਉਰਾਰ ਸਿੱਖ ਸੁੱਖਾਂ ਨਾਲ ਘਰ ਹੀ ਬੈਠੇ ਆਸਾ ਦੀਆਂ ਵਾਰਾਂ ਲਾ ਰਹੇ ਹਨ। ਹਾਂ ਜੀਓ, ਹੈ ਤਾਂ ਆਸਾ ਦੀ ਵਾਰ ਤੇ ਲਾ ਵੀ ਰਹੇ ਹਨ ਸਿੱਖ, ਪਰ ਜਵਾਨ ਤੇ ਗੱਭਰੂ ਸਿੱਖ ਤਾਂ ਪਾਰ ਜਾ ਚੁੱਕੇ ਹਨ। ਪਾਰ ਖੜੇ ਮਿੱਤਰ ਮਾਹੀ ਦੇ ਪਾਸ ਪਿਆਰ ਝਰਨਾਟਾਂ ਨਾਲ ਚਰਨ ਚਰਨ ਕਰਨ ਵਾਲੀਆਂ ਜਿੰਦੀਆਂ ਤਾਂ ਕਈ ਦਿਨਾਂ ਦੀਆਂ ਨਹਿ ਤਰ ਕੇ ਪਿਆਰੇ ਤੋਂ ਸਦਕੜੇ ਹੋਣ ਲਈ ਪਾਰ ਪੁੱਜ ਚੁੱਕੀਆਂ ਹਨ। ਹੁਣ ਤਾਂ ਉਰਾਰ ਉਹ ਜਿੰਦੀਆਂ ਹਨ ਜੋ ਪਿਆਰ ਨਾਲ ਜੀ ਉੱਠੀਆਂ ਤਾਂ ਹਨ, ਪਰ ਤ੍ਰੀਮਤਾ ਹੋਣ ਕਰਕੇ ਜਾਂ ਬਾਲਕ ਹੋਣ ਕਰਕੇ ਜਾਂ ਬੁਢੇਪੇ ਵਿੱਚ ਕਦਮ ਧਰ ਬੈਠਣ ਕਰਕੇ, ਉਮਰਾਂ ਦੇ ਰੋਕ ਰੁਕਾਵਿਆਂ ਕਰਕੇ ਉਰਾਰ ਹੀ ਖੜੀਆਂ ਮਾਨੋ ਕਹਿ ਰਹੀਆਂ ਹਨ, ਪਾਰ ਖੜਾ ਮਿੱਤਰ ਮਾਹੀ ਮੈਂਡੀ ਜਿੰਦੜੀ ਗੋਤੇ ਖਾਵੇ। ਹਾਂ, ਜਿੰਦੜੀ ਗੋਤੇ ਖਾਂਦੀ ਹੈ ਪਿਆਰ ਦੇ ਸਾਗਰ ਵਿੱਚ, ਸੰਗੀਤ ਵਿੱਚ, ਰਸ ਝੂਮ ਤੇ ਅਰਦਾਸ ਵਿੱਚ। ਸਾਈਆਂ, ਸਾਡੇ ਅਰਸ਼ੀ ਦਾਤਾ ਜੀਓ ਦੀ ਵਿਜੈ ਹੋਵੇ। ਧਰਮਹੀਣ ਰਾਜਿਆਂ ਤੇ ਉਹਨਾਂ ਦੇ ਜਰਵਾਣੇ ਮਾਲਕਾਂ ਦੀ ਹਾਰ ਹੋਵੇ। ਜਿੱਤ ਦੇ ਹਾਰ ਤੇ ਵਿਜੈ ਦੇ ਸਿਹਰੇ ਤੇ ਫਤਿਹ ਯਾਬੀ ਦੀ ਬੇਜੰਤੀ ਮਾਲਾ ਪਵੇ ਸਾਡੇ ਦਾਤਾ ਜੀ ਦੇ ਗਲੇ। ਹਾਂ, ਕਾਮਯਾਬੀ ਦਾ ਤੁਰਲਾ ਲਟਕੇ ਸੋਹਣੀ ਕਲਗੀਆਂ ਵਾਲੀ ਦਸਤਾਰ ਵਿੱਚ ਤੇ ਹਾਰ ਦਾ ਤੋਕ ਪਵੇ ਧਰਮਹੀਣਾ ਤੇ ਜਰਵਾਣਿਆਂ ਦੇ ਗਲੇ। ਹਾਂ, ਸ਼ਿਕਸਤ ਦੀ ਧੂੜੀ ਉੱਡੇ ਇਹਨਾਂ ਮੁਕਾਲੇ ਮੱਥਿਆਂ ਤੇ। ਜੀਓ ਜੀ, ਬਿਸਾਲੀ ਦੀਆਂ ਸਿੰਗੜੀਆਂ ਬੱਚੇ ਤੇ ਬਿਰਧ ਧਰਮਸ਼ਾਲਾ ਵਿੱਚ ਇਉਂ ਆਸਾ ਦੀ ਵਾਰ ਲਗਾ ਰਹੇ ਹਨ ਅਤੇ ਅਰਦਾਸ ਕਰ ਰਹੇ ਹਨ। ਪਾਰ ਗਏ ਰਣਤੱਤੇ ਵਿੱਚ ਅਪੜੇ ਵੀ ਸਤਿਗੁਰਾਂ ਦੇ ਸਦਾ ਅਮਰ ਅਟਲ ਲੱਗਣ ਵਾਲੇ ਆਸਾ ਦੀ ਵਾਰ ਦੇ ਦੀਵਾਨ ਵਿੱਚ ਜੁੜੇ ਬੈਠੇ ਹਨ। ਪਾਰਲੇ ਕੀਰਤਨ ਦੀਆਂ ਧੁਨਾਂ ਮਿੱਠੀ ਹਵਾ ਦੇ ਕਿਸੇ ਕਿਸੇ ਵੇਲੇ ਦੇ ਤ੍ਰਿਖੇ ਬੁੱਲਿਆਂ ਦੇ ਕੰਦੜਿਆਂ ਤੇ ਚੜ ਕੇ ਉਰਾਰ ਦੇ ਦੀਵਾਨ ਨੂੰ ਰਿਝਾ ਰਹੀਆਂ ਸੁਰਾਂ ਦੇ ਨਾਲ ਵਸਲ ਪਾ ਕੇ ਖੀਵਿਆਂ ਹੋ ਦਿਲਾਂ ਵਿੱਚ ਲੰਘ ਇਲਾਹੀ ਪ੍ਰੇਮ ਦੀਆਂ ਝਰਨਾਟਾਂ ਨੂੰ ਦੁਬਾਲਾ ਕਰ ਰਹੀਆਂ ਹਨ। ਹਾਂ, ਇਹ ਹੈ ਵੇਲਾ। ਇਸ ਨੂੰ ਕਹਿੰਦੇ ਹਨ ਅੰਮ੍ਰਿਤ ਵੇਲਾ।
ਅੰਮ੍ਰਿਤ ਵਰਸ ਰਿਹਾ ਹੈ, ਅੰਮ੍ਰਿਤ ਸਿੰਜਰ ਰਿਹਾ ਹੈ, ਅੰਮ੍ਰਿਤ ਰਸ ਦੇਸ਼ ਵਿੱਚ ਲਿਜਾ ਰਿਹਾ ਹੈ ਸੁਰਤਾਂ ਰੂਪੀ ਵੱਖੋ ਵੱਖਰੀਆਂ ਤਰਬਾਂ ਨੂੰ। ਮਾਇਆ ਮਦ ਵਿੱਚ ਸਦਾ ਸੁੱਤੇ ਵਜ਼ੀਰ ਸਾਹਿਬ ਸੁਖ ਨੀਂਦ ਸਵਿਆਂ ਕਰਦੇ ਸਨ ਰੋਜ਼, ਪਰ ਅੱਜ ਨਹੀਂ ਸੌਂ ਸਕੇ। ਪਾਰ ਜੰਗ ਹੋ ਰਿਹਾ ਹੈ, ਜੰਗ ਦਾ ਕੀ ਪਤਾ ਹੈ ਕਿਸ ਪਾਸੇ ਦੇ ਝੱਖੜ ਝੋਲ ਦੇਵੇ, ਕੌਣ ਰਾਹ ਗੁਜ਼ਰੂ ਤੇ ਅਟੰਗ ਖੜਾ ਖਾਮਖਾ ਅੜਕੇ ਆ ਜਾਵੇ। ਇਹੋ ਜਿਹੀਆਂ ਗੱਲਾਂ ਰੋਜ਼ ਸੋਚਿਆ ਕਰਦੇ ਸਨ, ਪਰ ਅੱਜ ਤਾਂ ਵਜ਼ੀਰ ਸਾਹਿਬ ਦੇ ਮਗਜ਼ ਲਈ ਇੱਕ ਝੱਖੜ ਹੀ ਮਾਨੋ ਝੁੱਲ ਪਿਆ। ਕੌਣ ਹੋਵੇਗਾ, ਕਿੰਜ ਨਿਭੇਗੀ, ਸੋਚਾਂ ਸਨ ਜੋ ਸੌਣ ਨਹੀਂ ਦਿੰਦੀਆਂ ਸਨ। ਫਿਰ ਵਜ਼ੀਰ ਜੀ ਰਾਏ ਜੀ ਦੀ ਦਿੱਤੀ ਪੋਥੀ ਪੜ੍ਹਦੇ ਹਨ ਕਿ ਮਤੇ ਕੋਈ ਰਾਹ ਲੱਭ ਪਏ, ਪਰ ਉਸ ਵਿੱਚ ਦੱਸੇ ਉਪਦੇਸ਼ ਤਾਂ ਹੋਰ ਦੇਸ਼ ਨੂੰ ਲੈ ਟੁਰੇ। ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੇ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰ ਪਾਸਾਰਿਆ। ਚੀਜ਼ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋ ਬਨਹਾਰਿਆ। ਵਜ਼ੀਰ ਜੀ ਵਿਚਾਰ ਵਿੱਚ ਸਨ ਕਿ ਹਵਾ ਦੇ ਬੁੱਲੇ ਨੇ ਪਿਛਲਾ ਪੱਤਰਾ ਪਰਤ ਦਿੱਤਾ। ਫਿਰ ਨਜ਼ਰ ਪੈ ਗਈ ਪੜ ਚੁੱਕੀਆਂ ਤੁਕਾਂ ਉੱਤੇ। ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਹੈ ਮਨਾ, ਇਹ ਤਾਂ ਮੂਰਤ ਹੈ ਸਾਰੀ ਪ੍ਰਜਾ ਦੀ। ਹਵਾ ਨੇ ਫਿਰ ਪਿਛਲਾ ਪੰਨਾ ਪਰਤ ਦਿੱਤਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਇਹ ਪਾਠ ਵਿਧਾਨ ਵਾਂਗੂ ਵੱਜੇ ਮਾਇਆ ਦੇ ਮਤ ਤੋਂ ਵੱਜੇ ਥਰ ਨੂੰ, ਜਿਸ ਥਰ ਨੇ ਮਨ ਦੀ ਨਿਰਮਲਤਾ ਤੇ ਦ੍ਰਵਣਤਾ ਨੂੰ ਲੁਕਾ ਰੱਖਿਆ ਸੀ। ਰਾਮ ਰਾਮ ਕੰਬਦਿਆਂ ਕੰਬਦਿਆਂ ਵਜ਼ੀਰ ਦੇ ਮੂੰਹੋਂ ਨਿਕਲਿਆ। ਨੈਣ ਮੁੰਦ ਗਏ ਤੇ ਮਨ ਦੇ ਅੱਗੇ ਜਗਤ ਦੀ ਸਦਾ ਨਾ ਰਹਿਣੀ ਤੇ ਟੁਰੀ ਜਾ ਰਹੀ ਚਾਲ ਲੰਗੀ। ਸਭ ਕੂੜ ਹੈ, ਠੀਕ, ਬੁਢੇਪਾ ਜੋਬਨ ਨੂੰ ਖਾ ਜਾਏਗਾ, ਰਾਜਾ ਪ੍ਰਜਾ ਸਭ ਨੂੰ ਮੌਤ ਆ ਜਾਏਗੀ। ਕਿੱਥੇ ਹਨ ਮਾਪੇ ਤੇ ਉਹਨਾਂ ਦੇ ਮਾਪੇ, ਅਗਿਆਨ, ਹਾ ਰਾਮ ਰਾਮ। ਇੰਨੇ ਨੂੰ ਕੰਨਾਂ ਉੱਤੇ ਧਰਮਸ਼ਾਲਾ ਤੋਂ ਆਈ ਸੱਦ ਪੈਣ ਲੱਗੀ। ਟਿਕਾਵ ਦਾ ਵੇਲਾ, ਅੰਮ੍ਰਿਤ ਰਸਾਂ ਦੀ ਘੜੀ, ਉਹ ਕੂੜ ਰਾਜਾ ਵਾਲੀ ਪੌੜੀ ਕੰਨੀ ਪਈ। ਸੁਣੀ ਸਮਝੀ, ਹੈ ਇਹ ਤਾਂ ਉਹ ਹੈ ਜੋ ਮੈਂ ਪੜ੍ਹਿਆ ਹੈ। ਵਜ਼ੀਰ ਸਾਹਿਬ ਦਾ ਘਰ ਧਰਮਸ਼ਾਲਾ ਦੇ ਨੇੜੇ ਸੀ। ਪ੍ਰਕਾਸ਼ ਨੂੰ ਕਦੇ ਪਿਛਲੀ ਰਾਤ ਜਾਗੇ ਸਨ, ਜੋ ਕਦੇ ਸਾਰ ਪੈ ਜਾਂਦੀ ਕਿ ਇੱਥੇ ਆਸਾ ਦੀ ਵਾਰ ਲੱਗਦੀ ਹੈ, ਜੋ ਜੀਵਨ ਨੂੰ ਕੁਠਾਲੀ ਵਿੱਚ ਪਾ ਕੇ ਸਾਰੇ ਖੋਟ ਕੱਢ ਕੇ ਕੁੰਦਨ ਬਣਾ ਦਿੰਦੀ ਹੈ। ਕੰਨ ਲੱਗ ਰਹੇ ਸਨ, ਸੁਣ ਰਹੇ ਸਨ ਤੇ ਸੰਗੀਤ ਮਨ ਨੂੰ ਮੋਮ ਕਰ ਰਿਹਾ ਸੀ। ਮੰਗਰੀ ਹੋਈ ਮੋਮ ਵਿੱਚ ਸ਼ਬਦ ਦਾ ਅਰਥ ਤੇ ਭਾਵ ਮੱਲੋ ਮੱਲੀ ਨਕਸ਼ ਹੋ ਰਿਹਾ ਸੀ। ਵਜ਼ੀਰ ਕਿੰਨਾ ਚਿਰ ਤਾਂ ਲੰਮਾ ਪਿਆ ਸੁਣਦਾ ਰਿਹਾ, ਪਰ ਅੰਤ ਉੱਠਿਆ। ਅੱਜ ਉੱਚੜ ਪੈੜੇ ਲੱਗ ਰਹੇ ਹਨ। ਉੱਠਿਆ, ਹੋਰ ਤਰ੍ਹਾਂ ਦਾ ਲਿਬਾਸ ਕਰਕੇ ਤਿਆਰ ਹੋਇਆ ਕਿ ਕੋਈ ਪਛਾਣੇ ਨਾ, ਤੇ ਜਾ ਕੇ ਨੇੜੇ ਹੋ ਕੇ ਜਾਂ ਦਾਵ ਲੱਗੇ ਤਾਂ ਵਿੱਚ ਬੈਠ ਕੇ ਸੁਣੇ ਤੇ ਵੇਖੇ ਕਿ ਇਹ ਕੀ ਜਾਦੂਗਰੀ ਹੈ। ਵਜ਼ੀਰ ਉੱਠਿਆ ਤੇ ਵੋਟੀ ਦੇ ਮੰਜੇ ਵੱਲ ਗਿਆ ਕਿ ਉਸ ਨੂੰ ਜਗਾਵਾਂ। ਜੋ ਮੈਂ ਚੁਪੀਤਾ ਪਿਛਲੇ ਰਸਤਿਓਂ ਨਿਕਲਾਂ ਤੇ ਉਹ ਬੂਆ ਮਾਰ ਲਵੇ ਤੇ ਮੇਰੇ ਮੁੜ ਆਉਣ ਦੀ ਬਿੜਕ ਰੱਖੇ। ਜਦ ਮੈਂ ਆਵਾਂ ਤਾਂ ਬੂਆ ਖੋਲ ਦੇਵੇ, ਤਾਂ ਜੋ ਘਰ ਵਿੱਚ ਨੌਕਰ ਚਾਕਰ ਕਿਸੇ ਹੋਰ ਉਸ ਨੂੰ ਪਤਾ ਨਾ ਲੱਗੇ। ਜਾਂ ਵਜ਼ੀਰ ਆਪਣੀ ਨਾਰ ਦੇ ਮੰਜੇ ਪਾਸ ਗਿਆ ਤਾਂ ਮੰਜਾ ਸਖਣਾ ਸੀ, ਨਾਰ ਹੈ ਨਹੀਂ ਸੀ। ਵਜ਼ੀਰ ਨੂੰ ਪਚਤਰੀ ਲੱਗ ਗਈ। ਇੱਧਰ ਉੱਧਰ ਹੇਠਾਂ ਉੱਤੇ ਸਾਰੇ ਮਲਕੜੇ ਢੂੰਡਿਆ, ਪਰ ਜੋ ਸ਼ੈ ਘਰ ਵਿੱਚ ਹੋਵੇ ਹੀ ਨਾ, ਉਹ ਘਰ ਵਿੱਚੋਂ ਲੱਭੇ ਕੀ ਕੋ। ਚਾਲਾਕ ਮਨ ਨੇ ਸੋਚਿਆ ਕਿ ਘਰ ਵਾਲੀ ਚੰਗਿਆਂ ਦੀ ਧੀ ਹੈ, ਇੱਕ ਪੈਰ ਠਾਕਰ ਪੂਜਾ ਵਿੱਚ ਗੁਜ਼ਾਰਦੀ ਰਹੀ ਹੈ ਤਾਂ ਕਿਸੇ ਚੰਗੇ ਆਹਰ ਵਿੱਚ। ਜੇ ਗੁਆਚੀ ਨਹੀਂ ਤਾਂ ਕੱਲ ਸਹੀ, ਬਿਨਾਂ ਪੁੱਛੇ ਪਤਾ ਲਵਾਂਗੇ। ਇਸ ਗੱਲ ਨਾਲ ਦਿਲ ਕੁਛ ਥਉ ਸਿਰ ਆ ਗਿਆ ਤੇ ਹੁਣ ਵਜ਼ੀਰ ਪਿਛਲੇ ਰਸਤਿਓਂ ਗਿਆ, ਪਰ ਉਹ ਬਾਹਰੋਂ ਬੰਦ ਸੀ। ਇਸ ਗੱਲ ਨੇ ਟੋਹ ਲਾ ਦਿੱਤੀ ਕਿ ਹੋਵੇ ਨਾ ਤਾਂ ਸੋਹਣੀ ਇਸ ਰਸਤੇ ਹੀ ਬਾਹਰ ਗਈ ਹੈ। ਵਜ਼ੀਰ ਨੂੰ ਹੁਣ ਸਿੱਧੇ ਰਸਤਿਓਂ ਜਾਣ ਦੇ ਬਿਨਾਂ ਕੋਈ ਚਾਰਾ ਨਹੀਂ ਸੀ, ਸੋ ਗਿਆ। ਅੰਦਰਲੇ ਪਹਿਰੇਦਾਰ ਨੂੰ ਹੁਕਮ ਮਿਲਿਆ, ਅੰਦਰੋਂ ਦਰਵਾਜ਼ਾ ਖੁੱਲ੍ਹ ਗਿਆ ਤੇ ਬਾਹਰਲੇ ਪਹਿਰੇਦਾਰਾਂ ਆਸ਼ੀਰਵਾਦ ਦਿੱਤੀ। ਵਜ਼ੀਰ ਸਾਹਿਬ ਤੇ ਅਤਰੂ ਨਿੱਜ ਦਾ ਨੌਕਰ
ਦੋਵੇਂ ਬਾਹਰ ਨਿਕਲ ਗਏ। ਪਹਿਰੇਦਾਰ ਹੈਰਾਨ ਸਨ, ਪਰ ਮਾਲਕ ਨੂੰ ਪੁੱਛ ਕੁਛ ਨਹੀਂ ਸਨ ਸਕਦੇ। ਅਤਰੂ ਮਾਲਕ ਦਾ ਨਮਕ ਹਲਾਲ ਨੌਕਰ ਸੀ। ਜਿਸ ਤਰ੍ਹਾਂ ਕਿ ਉਸ ਸਮੇਂ ਹਰ ਖਾਨਦਾਨ, ਹਰ ਵੱਡੇ ਆਦਮੀ ਤੇ ਹਰ ਲੋੜੀਂਦੇ ਮਨੁੱਖ ਪਾਸ ਹੋਇਆ ਕਰਦੇ ਸਨ। ਮਾਲਕ ਦਾ ਭੇਦ ਮਾਲਕ ਨਾਲੋਂ ਵੱਧ ਸੰਭਾਲ ਕੇ ਰੱਖਣਾ, ਮਾਲਕ ਦੇ ਪਸੀਨੇ ਡੁੱਲਣ ਵੇਲੇ ਆਪਣਾ ਲਹੂ ਡੋਲਣਾ, ਇਹ ਦੋ ਗੁਣ ਇਹਨਾਂ ਦਾ ਨਿਜ ਧਰਮ ਹੁੰਦੇ ਸਨ। ਕਈ ਵੇਰ ਇਹ ਨੌਕਰ ਵੀ ਪਹੀੜੀਆਂ ਤੋਂ ਮਾਲਕਾਂ ਦੇ ਨਾਲ ਟੁਰੇ ਚਲਦੇ ਸਨ। ਇਸ ਤਰ੍ਹਾਂ ਅਤਰੂ ਦਾ ਦਾਦਾ ਵਜ਼ੀਰ ਦੇ ਦਾਦਾ ਜੀ ਪਾਸ ਆਇਆ ਸੀ ਤੇ ਪਿਓ ਵਜ਼ੀਰ ਦੇ ਪਿਓ ਨਾਲ ਨਿਭਿਆ ਸੀ। ਹੁਣ ਅਤਰੂ ਇਸ ਨਾਲ ਨਿਭ ਰਿਹਾ ਸੀ। ਧੁਨੀ ਆ ਰਹੀ ਦੇ ਟਿਕਾਣੇ ਆਪਣਨ ਤੋਂ ਪਹਿਲਾਂ ਵਜ਼ੀਰ ਨੇ ਚੱਦਰ ਦੀ ਬੁੱਕਲ ਮਾਰ ਲਈ ਲਪੇਟਵੀਂ ਤੇ ਅਤਰੂ ਨੂੰ ਬਾਹਰ ਬੈਠਣ ਲਈ ਆਖਿਆ ਤੇ ਆਪ ਦਰਵਾਜ਼ੇ ਕੋਲ ਅਪੜ ਕੇ ਅੰਦਰ ਲੰਘਦਾ ਲੰਘਦਾ ਝਿਜਕ ਗਿਆ। ਇਸ ਵੇਲੇ ਦਰਵਾਜ਼ੇ ਤੇ ਖੜੇ ਇੱਕ ਬਿਰਧ ਪੁਰਖ ਨੇ ਕਿਹਾ, ਸਾਈਂ ਭਲਾ ਕਰੇ ਲੰਘ ਆਓ, ਜੀ ਆਇਆਂ ਨੂੰ, ਅੰਮ੍ਰਿਤ ਰਸ ਪੀਓ, ਖੀਵੇ ਥੀਓ। ਅਚਕਿਆ ਵਜ਼ੀਰ ਅੰਦਰ ਲੰਘ ਗਿਆ ਤੇ ਸੀਸ ਨਿਵਾ ਕੇ ਬਹਿ ਗਿਆ। ਪਰ ਇਕਲਵੰਜੇ ਜਿਹੇ ਹੋ ਕੇ ਕਿਸੇ ਨਹੀਂ ਹੋੜਿਆ ਔਰ ਕਿਸੇ ਨਹੀਂ ਆਖਿਆ ਕਿ ਅੱਗੇ ਬਹੁ ਜਾਂ ਪਿੱਛੇ। ਜਿੱਥੇ ਇਸ ਦਾ ਜੀ ਚਾਹਿਆ ਟਿਕ ਗਿਆ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਵਾਰ ਸੰਗਤ ਆਪ ਹੀ ਲਗਾ ਰਹੀ ਸੀ, ਰਾਗੀ ਨਹੀਂ ਸੀ। ਸੰਗਤ ਬਾਲਾਂ ਬਿਰਦਾਂ ਤੇ ਹੋਣਹਾਰ ਨੌਜਵਾਨੀ ਵਿੱਚ ਕਦਮ ਰੱਖਣ ਵਾਲਿਆਂ ਦੀ ਸੀ। ਹਾਂ, ਸੰਗਤ ਉਹਨਾਂ ਦੀ ਸੀ ਜਿਨ੍ਹਾਂ ਨੂੰ ਪਿਆਸ ਲੱਗੀ ਸੀ, ਜਿਨ੍ਹਾਂ ਦੇ ਦਿਲਾਂ ਨੇ ਆਪਣੇ ਜੀਵਨ ਦਾ ਰਾਹ ਲੱਭ ਲਿਆ ਸੀ, ਚਾਹੇ ਆਪ ਢੂੰਡ ਕੇ, ਚਾਹੇ ਘਰ ਦੇ, ਚਾਹੇ ਸੱਜਣ ਮਿੱਤਰਾਂ ਦੇ ਸਤਸੰਗ ਨਾਲ। ਇਹ ਉਹ ਲੋਕ ਸਨ ਜੋ ਆਸਾ ਦੀ ਵਾਰ ਦੀ ਨਿਰਮਲ ਧਾਰਾ ਨਾਲ ਆਪਣਾ ਮਨ ਧੋਂਦੇ ਸਨ। ਉਹਨਾਂ ਦੇ ਮਨਾਂ ਉੱਤੋਂ ਰੋਜ਼ ਦੇ ਵਰਤਨ ਵਿਹਾਰ ਤੋਂ ਪਏ ਨੀਵੀਆਂ ਰੁਚੀਆਂ ਦੇ ਅਸਰ ਪ੍ਰਵਿਰਤੀ ਵਿੱਚ ਪਈਆਂ ਧੂੜਾਂ ਤੇ ਕੰਮਾਂ ਕਾਜਾਂ ਤੋਂ ਪਏ ਖਿੰਡਾਓ ਦੇ ਪ੍ਰਭਾਵਾਂ ਨੂੰ ਇਹ ਆਸਾ ਦੀ ਵਾਰ ਦੂਰ ਕਰਦੀ ਸੀ। ਮਨ ਨੂੰ ਧੋ ਕੇ ਆਸਾ ਦੀ ਵਾਰ ਸੱਚਾਈ ਦਾ, ਅਰੋਗ ਤੇ ਤੰਦਰੁਸਤ ਨੇਕੀ ਦਾ ਅਕਸ ਰੋਜ਼ ਦਿਲਾਂ ਤੇ ਪਾ ਦਿੰਦੀ ਸੀ। ਮਨ ਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਏ। ਮਰਨ ਨਾਲ ਮਰ ਨਹੀਂ ਜਾਣਾ, ਸਗੋਂ ਹਰ ਉੱਤਮ ਜੀਵਨ ਵਿੱਚ ਜੀਉ ਪੈਣਾ ਹੈ, ਕਿਸੇ ਅਮੁਕ ਰਸ ਵਿੱਚ ਅਪੜਨਾ ਹੈ। ਇਹ ਭਾਵ ਦਿਲਾਂ ਉੱਤੇ ਰੋਜ਼ ਲਿਖ ਦਿੰਦੀ ਸੀ। ਮਰਦ ਨੂੰ ਮਰਦ ਬਣਾਉਣ ਦਾ ਰਾਹ ਆਸਾ ਦੀ ਵਾਰ ਦਿਖਾਲ ਦਿੰਦੀ ਸੀ। ਹਾਂ, ਵਾਹਿਗੁਰੂ ਜੀ ਨੂੰ ਪ੍ਰੇਮ ਦਾ ਪੁੰਜ ਦੱਸ ਕੇ ਜੀਵ ਨੂੰ ਪ੍ਰੇਮ ਕਰਨ ਦੀ ਸੜਕ ਦਿਖਾ ਕੇ ਆਸਾ ਦੀ ਵਾਰ ਸਮਝਾ ਦਿੰਦੀ ਸੀ ਕਿ ਸਦਾ ਤਿਆਰ ਰਹੋ। ਪਤਾ ਨਹੀਂ ਪ੍ਰੇਮ ਦਾ ਸਾਈਂ ਕਿਹੜੇ ਵੇਲੇ ਤਰੁੱਠਦਾ ਹੈ। ਸਦਾ ਸਾਵਧਾਨਤਾ, ਸਦਾ ਪਿਆਰ ਉਸ ਦੀ ਯਾਦ ਹੈ। ਇਹ ਯਾਦ ਨਾਮ ਹੈ। ਨਾਮ ਦੇ ਜਪਦਿਆਂ ਦਿਲ ਦਾ ਚਿੰਤਨ ਸਾਈਂ ਵੱਲ ਨੂੰ ਰਹਿੰਦਾ ਹੈ। ਇਹ ਸਾਹਿਬ ਦਾ ਚਿੰਤਨ ਪ੍ਰੇਮ ਬਣ ਜਾਂਦਾ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਏ। ਇਹ ਨਾਮ ਪਿਆਰ ਦਾ ਹੀਲਾ ਹੈ। ਵਾਹਿਗੁਰੂ ਜੀ ਦੇ ਚਰਨਾਂ ਨਾਲ ਇਹ ਸਦਾ ਤਿਆਰੀ ਹੈ। ਮਨ ਦੀ ਉਮੰਗ ਦੀ ਜੋ ਇਸ ਚਾਹ ਵਿੱਚ ਵਸਦੀ ਹੈ ਕਿ ਕਦੋਂ ਪਿਆਰਾ ਤਰੁੱਠਦਾ ਹੈ। ਉਡੀਕ ਹੈ, ਸਿੱਕ ਹੈ, ਸਦਰ ਹੈ ਪਿਆਰ ਦੀ, ਮਿਹਰ ਦੀ, ਜੋ ਜਦੋਂ ਆਵੇ ਤਦੋਂ ਹੀ ਆਵੇ। ਆਪਣੇ ਰੰਗ ਤੇ ਆਪਣੀ ਮੌਜੇ ਆਵੇ, ਖਿੰਨ ਵਿੱਚ ਆਵੇ ਕਿ ਜਨਮਾਂ ਤੇ ਜਗ੍ਹਾ ਦੇ ਲਪੇਟ ਮਾਰ ਕੇ ਆਵੇ। ਫਿਰ ਜਦੋਂ ਆਵੇ ਸਾਨੂੰ ਗਾਫਲ ਨਾ ਪਾਵੇ। ਭਾਵੇਂ ਉਹ ਮਿਹਰ ਸੁੱਤਿਆਂ ਜਗਾ ਕੇ ਦੇਣ ਦੀ ਸਮਰੱਥਾ ਵੀ ਰੱਖਦੀ ਹੈ, ਪਰ ਸਾਡੀ ਤਾਂਘ, ਸਾਡੀ ਖਿੱਚ, ਸਾਡਾ ਪਿਆਰ ਠੱਲਿਆ ਨਹੀਂ ਰਹਿ ਸਕਦਾ। ਅਸਾਂ ਲਹੂ ਲਾਈ ਰੱਖਣੀ ਹੈ ਤੇ ਸਾਵਧਾਨ ਰਹਿਣਾ ਹੈ। ਇਸ ਲਹੂ ਤੇ ਸਾਵਧਾਨਤਾ, ਸਿੱਕ ਤੇ ਪਿਆਰ ਦਾ ਵਿਦਤ ਸਰੂਪ ਹੈ ਯਾਦ। ਯਾਦ ਨਿਰੰਤਰ ਕਰਨ ਲਈ ਅਭਿਆਸ ਹੈ ਨਾਮ ਜਪ ਦਾ ਤੇ ਫਿਰ ਨਾਮ ਸਿਮਰਨ ਦਾ। ਹਾਂਜੀ, ਆਸਾ ਦੀ ਵਾਰ ਨਾਮ ਦੀ ਤਿਆਰੀ ਸਿਖਾਲਦੀ ਹੈ। ਜੋ ਯਾਦ ਕਰਦਿਆਂ ਯਾਦ, ਜੋ ਪ੍ਰੇਮ ਦਾ ਸਰੂਪ ਹੈ, ਹੁਲਾਰੇ ਮਾਰੇ ਨਾਲ ਹੀ ਦੱਸਦੀ ਹੈ ਕਿ ਹੇ ਪ੍ਰੇਮ ਪਰਵੇਦਿਆ, ਤੇਰੇ ਸ਼ੁਭ ਗੁਣ ਤੇ ਨਿਰਮਲਤਾਈਆਂ ਨਾਮ ਲਈ ਤਿਆਰੀਆਂ ਹਨ। ਤੇਰਾ ਨਾਮ ਪਿਆਰੇ ਦੀ ਮਿਹਰ ਦੀ ਉਡੀਕ ਵਿੱਚ ਸਾਵਧਾਨਤਾ ਹੈ। ਪਰ ਮਿਹਰ ਜੋ ਹੈ ਸੋ ਕਰਾਮਾਤ ਹੈ। ਉਹ ਆਪਸ ਤੋਂ ਆਪਣੇ ਯਤਨਾਂ, ਸਾਧਨਾ, ਹੱਠਾਂ, ਤਪਾਂ ਤੋਂ ਨਹੀਂ ਲੱਜਦੀ। ਉਹ ਸਾਹਿਬ ਦੀ ਸ਼ੈ ਹੈ, ਸਾਹਿਬ ਦੇ ਹੱਥ ਹੈ ਤੇ ਸਾਹਿਬ ਤਰੁੱਠੇ ਤਾਂ ਪਾਈ ਦੀ ਹੈ। ਸਾਹਿਬ ਦਾ ਤਰੁੱਠਣਾ ਸਾਹਿਬ ਦੀ ਮੌਜ ਹੈ। ਉਹ ਸਾਡੇ ਵੱਸ ਦੀ ਸ਼ੈ ਨਹੀਂ, ਪਰ ਸਾਡਾ ਕਰਮ ਤੇ ਧਰਮ। ਹਾਂ, ਜਿਉਂਦਾ ਕਰਮ ਤੇ ਧਰਮ ਹੈ ਪਿਆਰੇ ਦੇ ਪਿਆਰ ਵਿੱਚ ਰਹਿਣਾ, ਸਿੱਕਣਾ ਤੇ ਲੋਚਣਾ। ਇਹ ਸਾਡਾ ਧਰਮ ਹੈ।
ਸਾਹਿਬ ਜੀ ਇਸ ਨੂੰ ਧਰਮ ਕਰਮ ਕਹਿੰਦੇ ਹਨ। ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਧਰਮ ਦਾ ਕਰਮ ਹੈ ਸਦਾ ਸਿਮਰਨ ਪ੍ਰੇਮ, ਸਿੱਕਣਾ ਲੋਚਣਾ ਉਮਗਣਾ, ਬਿਰਹੋਂ ਵਿੱਚ ਜਾਣਾ ਦਰਵਣਾ, ਚਿੰਤਨ ਪ੍ਰੀਤਮ ਦੇ ਚਿੰਤਨ ਵਿੱਚ ਰਹਿਣਾ। ਸੋ ਐਸੀ ਹੈ ਆਸਾ ਦੀ ਵਾਰ ਜੋ ਦੱਸ ਦਿੰਦੀ ਹੈ ਰੋਜ਼ ਕਿ ਟੋਟੇ ਦੇ ਕੰਮ ਨਾ ਕਰੋ, ਕੁਛ ਲਾਹੇ ਦਾ ਕੰਮ ਵੀ ਕਰਦੇ ਰਹੋ। ਕਿਛ ਲਾਹੇ ਉੱਪਰ ਕਾਲੀਏ, ਲੱਗੇ ਰਹੋ ਪ੍ਰੇਮ ਵਿੱਚ। ਇਸ ਸੁਭਾਗ ਕਰਨ ਵਾਲੀ ਆਸਾ ਦੀ ਵਾਰ ਦਾ ਮੰਡਲ ਲੱਗ ਰਿਹਾ ਸੀ। ਹਰ ਸੱਜਣ ਕੀਰਤਨ ਦੀਆਂ ਸੁਰਾਂ ਨਾਲ ਇੱਕ ਸਵਰ ਹੋ ਰਿਹਾ ਸੀ, ਜਿਨ੍ਹਾਂ ਵਿੱਚ ਕਿ ਵਜ਼ੀਰ ਹੁਣ ਜਾ ਬੈਠਾ ਹੈ। ਚਾਹੇ ਵਜ਼ੀਰ ਦਾ ਮਨ ਰਾਜਨੀਤੀਆਂ ਨਾਲ ਫੇਣੀ ਵਾਂਗੂ ਹੋ ਰਿਹਾ ਸੀ, ਪਰ ਕੀਰਤਨ ਦਾ ਅਸਰ ਤੇ ਨਾਮੀ ਪੁਰਖਾਂ ਦੀ ਇਕੱਤਰਤਾ ਦਾ ਪ੍ਰਭਾਵ ਆਪਣਾ ਅਸਰ ਰੱਖਦਾ ਹੈ। ਵਜ਼ੀਰ ਦੇ ਮਨ ਤੇ ਅਸਰ ਪਿਆ ਕਿ ਐਸਾ ਸੋਹਣਾ ਪ੍ਰਭਾਵ ਅੱਗੇ ਕਦੇ ਕਿਤੇ ਨਹੀਂ ਸੀ ਡਿੱਠਾ। ਕਿਕੂ ਸੋਚ ਤੇ ਸਵਾਦ, ਰਸ, ਮਗਨਤਾ ਤੇ ਅਰਥ ਵਿਚਾਰ ਨਾਲੋਂ ਨਾਲ ਟੁਰ ਰਹੇ ਹਨ। ਅੱਜ ਸੰਗਤ ਨੇ ਭੋਗ ਜ਼ਰਾ ਸਵਖਤੇ ਪਾਇਆ ਸੀ, ਕਿਉਂ ਜੋ ਇੱਕ ਮਾਈ ਨੇ ਕੁਝ ਬਿਨੈ ਕਰਨੀ ਸੀ। ਸੰਗਤ ਵਾਲੇ ਇਸ ਮਾਈ ਨੂੰ ਤਿੱਲੀ ਕਰਕੇ ਸੱਦਦੇ ਸਨ। ਹਾਂ, ਇਹ ਨਾਮ ਸੀ ਜੋ ਮਾਈ ਨੇ ਆਪਣਾ ਸਾਧ ਸੰਗਤ ਨੂੰ ਦੱਸਿਆ ਹੋਇਆ ਸੀ। ਜਦੋਂ ਭੋਗ ਪੈ ਗਿਆ ਤਾਂ ਮਾਈ ਨੇ ਬੇਨਤੀ ਕੀਤੀ ਕਿ ਸਾਡੇ ਸਾਹਿਬ ਜੀ ਨਦੀਆਂ ਪਾਰ ਕੋਰ ਸੰਗਰਾਮ ਵਿੱਚ ਰੁੱਝ ਰਹੇ ਹਨ। ਉਹ ਪਾਤਸ਼ਾਹ ਹਨ, ਧੁਰਾਂ ਦੇ ਹਨ। ਉਹਨਾਂ ਨੂੰ ਕਾਹਦੇ ਸੰਗਰਾਮ? ਸਾਡੇ ਹੀ ਪਾਪਾਂ, ਸਾਡੀਆਂ ਹੀ ਕੁਟਲਤਾਈਆਂ ਤੇ ਹੀਣਤਾਈਆਂ ਦੇ ਦੂਰ ਕਰਨ ਲਈ ਰਣ ਮੰਡੇ ਨੇ। ਕੋਈ ਦੁੱਖ ਪਾਉਂਦਾ ਹੈ ਆਪਣੇ ਕੀਤੇ ਦਾ, ਕੋਈ ਦੁੱਖ ਪਾਉਂਦਾ ਹੈ ਆਪਣੇ ਦੇਸ਼, ਆਪਣੀ ਕੌਮ ਬਰਾਦਰੀ ਦੇ ਸਾਂਝੇ ਕੀਤੇ ਕਰਮਾਂ ਦਾ। ਪਰ ਸਤਿਗੁਰ ਦਾਤਾ ਦੁੱਖ ਲੈ ਰਿਹਾ ਹੈ ਆਪਣੇ ਕੁਛ ਨਾ ਕੀਤੇ ਵਿੱਚ ਹੀ ਸਾਡੇ ਦੇਸ਼ ਦੇ ਸਹੇੜੇ ਦੁੱਖਾਂ ਦੇ ਦੂਰ ਕਰਨ ਨਿਮਿਤ। ਦੇਸ਼ ਨੇ ਪਾਪ ਕੀਤਾ ਕਿ ਵਿਦੇਸ਼ੀਆਂ, ਯਮਨਾਂ, ਓਪਰਿਆਂ, ਮਲੇਛਾਂ ਅੱਗੇ ਹਾਰ ਗਿਆ। ਸਦੀਆਂ ਪਾਸਾ ਨਾ ਪਰਤਿਆ ਤੇ ਦੁਖੜੇ ਭਰਦਾ ਰਿਹਾ। ਹੁਣ ਨਾ ਆਨ ਹੈ, ਨਾ ਸ਼ਾਨ ਹੈ, ਨਾ ਧਰਮ ਹੈ, ਨਾ ਧਾਮ ਹੈ। ਗੋਲਾਪਣਾ ਹੈ ਤੇ ਕਸ਼ਟ ਹੈ। ਮੋਤੀਆਂ ਦੇ ਥਾਲ ਭਰ ਭਰ ਕੇ ਧੀਆਂ ਦੇ ਡੋਲੇ ਲੈ ਲੈ ਮਿਲੀਦਾ ਹੈ ਕਿ ਕਿਵੇਂ ਅਸੀਂ ਜੀਉਂਦੇ ਰਹੀਏ ਤੇ ਖਾਂਦੇ ਪੀਂਦੇ ਰਹੀਏ। ਹਾਂ, ਦਾਤਾ ਨੇ ਸੰਘਰਸ਼ ਰਚਿਆ ਕਿ ਜਰਵਾਣਿਆਂ ਨੂੰ ਜੋ ਪ੍ਰੇਮ ਨਾਲ, ਸਹਿਨ ਨਾਲ, ਉਪਦੇਸ਼ ਨਾਲ ਨਹੀਂ ਸਮਝਿਆ, ਹੁਣ ਉਸ ਨੂੰ ਉਸ ਬੋਲੀ ਵਿੱਚ ਸਮਝਾਇਆ ਜਾਵੇ ਜੋ ਬੋਲੀ ਉਹ ਬੋਲਦਾ ਤੇ ਸਮਝਦਾ ਹੈ। ਉਸ ਦੀ ਬੋਲੀ ਵਿੱਚ ਜ਼ੋਰ ਹੈ, ਸੋ ਜ਼ੋਰ ਤੋੜਨ ਲਈ ਸੱਚ ਤੇ ਖੜਾ ਜ਼ੋਰ ਹੁਣ ਉਸ ਨੂੰ ਹੋਸ਼ ਲਿਆਵੇਗਾ। ਵੀਰਨ ਜੀਓ, ਸੰਗਤ ਦੇ ਗੱਭਰੂ ਕਈ ਦਾਤਾ ਜੀ ਦੀ ਸੇਵਾ ਵਿੱਚ ਸਫਲ ਹੋ ਰਹੇ ਹਨ। ਪਿੱਛੇ ਤੁਸੀਂ ਹੋ ਬਿਰਧ ਤੇ ਅਸੀਂ ਹਾਂ ਅਬਲਾ ਤੇ ਬਲ ਫੜ ਰਹੇ ਹਨ ਬਾਲ ਤੇ ਕੁਮਾਰ। ਪਰ ਸਾਡੇ ਵਿੱਚ ਵੀ ਦਾਤੇ ਨੇ ਤੇਜ ਪਾਇਆ ਹੈ। ਲਹੂ ਸਾਡਾ ਹੁਣ ਸਰਦ ਨਹੀਂ ਰਿਹਾ, ਉਬਲਦਾ ਹੈ ਕਿ ਅਸੀਂ ਵੀ ਕੁਝ ਕਰੀਏ। ਸੰਗਤ ਆਗਿਆ ਦੇਵੇ ਤਾਂ ਕੁਛ ਰਸਦ ਦੀ ਸੇਵਾ ਕਰੀਏ। ਉੱਥੇ ਲੋੜ ਨਹੀਂ, ਉੱਥੇ ਬੇਪਰਵਾਹ ਸਾਹਿਬੀ ਹੈ, ਪਰ ਸਾਡੀ ਪਰਵਾਹ ਵਾਲੀ ਚਾਕਰੀ ਹੈ। ਇਹ ਕਹਿਣ ਨਾਲ ਸਭ ਨੇ ਕਿਹਾ, ਵਾਹ ਵਾਹ, ਧੰਨ ਸਾਧ ਸੰਗਤ, ਧੰਨ ਸਾਧ ਸੰਗਤ ਹੈ, ਧੰਨ ਮਾਈ ਸਤਿਲੀ, ਮਾਈ ਸਾਈਂ ਰਜਾਈ। ਸਾਰੇ ਖੀਸੇ ਉਛਲ ਪਏ, ਜੋ ਸਰਿਆ ਸਭ ਨੇ ਦਿੱਤਾ। 250 ਰੁਪਇਆ ਹੋ ਗਿਆ। ਉਹ ਮਾਇਆ ਮਾਈ ਨੇ ਲੈ ਲਈ ਕਿ ਸਾਰਾ ਪ੍ਰਬੰਧ ਮੈਂ ਆਪ ਕਰਾਂਗੀ। ਕਿਸੇ ਨੂੰ ਨਹੀਂ ਫੁਰਿਆ ਕਿ ਮਾਈ ਤੋਂ ਰਸੀਦ ਲਓ, ਕੋਈ ਰਖਵਾਲੀ ਕਰੋ, ਕਿਉਂ ਹੋਵੇ। ਸਾਰੇ ਆਸਾ ਜੀ ਦੇ ਵਾਰ ਦੇ ਬੱਚੇ ਹਨ, ਧੋਪ ਚੁੱਕੇ ਹਨ ਤੇ ਇੱਕੋ ਪਰਿਵਾਰ ਹਨ ਆਤਮ ਮੰਡਲ। ਵਜ਼ੀਰ ਨੂੰ ਫਿਕਰ ਹੋ ਆਇਆ ਕਿ ਕਿਤੇ ਮੇਰੀ ਪਛਾਣ ਨਾ ਹੋ ਜਾਏ। ਦਿਨ ਚੜ ਰਿਹਾ ਹੈ। ਉਹ ਤਾਂ ਸੀਸ ਨਿਵਾ ਕੇ ਚਾਦਰੇ ਦੀ ਬੁੱਕਲ ਵਿੱਚ ਹੀ ਖਿਸਕੰਤ ਹੋ ਗਿਆ। ਝੁੰਬ ਵਾਲਾ ਮਾਈ ਦੇ ਥੋੜੇ ਵਾਕ ਹੀ ਸੁਣ ਕੇ ਟੁਰ ਚੁੱਕਾ ਸੀ, ਪਰ ਜਿੱਥੇ ਕੋ ਬੈਠਾ ਸੀ ਉਸ ਤੋਂ ਥੋੜੀ ਦੂਰ ਪਰੇ ਇੱਕ ਰੁਮਾਲ ਵਿੱਚ ਬੱਧੀ ਗੰਢ ਪਈ ਸੀ, ਜਿਸ ਨੂੰ ਮਾਇਆ ਇਕੱਠੀ ਕਰਨ ਵਾਲੇ ਨੇ ਚੁੱਕਿਆ। ਇਸ ਨੂੰ ਖੋਲਣ ਤੇ ਕੁਝ ਮੋਹਰਾਂ ਤੇ ਇੱਕ ਕਾਗਜ਼ ਮਿਲਿਆ। ਕਾਗਜ਼ ਤੇ ਲਿਖਿਆ ਸੀ, ਇਹ ਮਾਇਆ ਸੇਵਾ ਵਿੱਚ ਸਫਲ ਕਰਨੀ ਸਾਧ ਸੰਗਤ ਦੀ ਮਿਹਰ ਹੈ। ਕਿਸੇ ਨੂੰ ਪਤਾ ਨਾ ਲੱਗਾ ਕਿ ਇਹ ਗੰਢ ਕੌਣ ਧਰ ਗਿਆ ਹੈ। ਕੜਾ ਪ੍ਰਸ਼ਾਦ ਵਰਤਾ ਕੇ ਸੰਗਤ ਵਿਦਾ ਹੋਈ। ਮਾਈ ਸਤਿਲੀ ਆਪਣੇ ਅਤ ਸਾਦੇ ਲਿਬਾਸ ਵਿੱਚ, ਸਾਦਗੀ ਦੀ ਸੂਰਤ ਵੀ ਮਾਇਆ ਲੈ ਕੇ ਟੁਰ ਗਈ। ਅਜੇ ਤੱਕ ਸੰਗਤ ਨੂੰ ਪਤਾ ਨਹੀਂ ਸੀ ਕਿ ਮਾਈ ਕਿਸ ਕਾਰੋਂ ਹੈ, ਕਿੱਥੋਂ ਆਉਂਦੀ ਤੇ ਜਾਂਦੀ ਹੈ। ਪਰ ਧਨ ਸਰਲ ਹੋ ਗਏ ਹਿਰਦੇ। ਕਿਸੇ ਨੂੰ ਸੰਸਾ ਵੀ ਨਹੀਂ ਆਇਆ ਕਿ ਮਾਇਆ ਸਤਿਗੁਰਾਂ ਦੇ ਚਰਨਾਂ ਵਿੱਚ ਅਪੜੇਗੀ ਕਿ ਨਹੀਂ। ਤੀਸਰਾ, ਚੜ੍ਹਦੇ ਸੂਰਜ ਦੀ ਪੈ ਰਹੀ ਆਬਾ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੜੇ ਹਨ।
ਖੱਬਾ ਹੱਥ ਪਾਸ ਖੜੇ ਘੋੜੇ ਦੇ ਹੰਨੇ ਤੇ ਧਰਿਆ ਹੈ, ਤੱਕ ਰਹੇ ਹਨ। ਪੁਰੇ ਦੇ ਚੜ ਰਹੇ ਸੂਰਜ ਤੇ ਉਸ ਦੀਆਂ ਕਿਰਨਾਂ ਦੇ ਬਾਣਾਂ ਹੇਠ ਦੁਸ਼ਮਣ ਦਲਾਂ ਨੂੰ ਦੂਰ ਤੋਂ ਇੱਕ ਗਰੀਬ ਸਿੱਖ ਆ ਕੇ ਮੱਥਾ ਟੇਕ ਕੇ ਹੱਥ ਬੰਨ੍ਹ ਕੇ ਖਲੋਤਾ ਪਾਤਸ਼ਾਹ ਅਰਦਾਸ ਹੈ। ਗੁਰੂ ਜੀ ਕਹੋ ਭਾਈ ਖਾਲਸਾ। ਸਿੱਖ ਪਾਤਸ਼ਾਹ ਹੋਲੇ ਜੇ, ਦਾਸ ਪਾਰੋਂ ਆਇਆ ਹੈ। ਵਿਸਾਲੀ ਦਾ ਰਾਏ ਚਰਨ ਚੁੰਮਣੇ ਲੋਚਦਾ ਹੈ। ਉਸ ਦੀ ਅਰਦਾਸ ਹੈ ਕਿ ਹਜ਼ੂਰ ਜੀ ਦਰਿਆ ਟੱਪ ਕੇ ਵਿਸਾਲੀ ਆ ਜਾਓ ਤੇ ਆਰਾਮ ਕਰੋ। ਉਸ ਦੇ ਘਰ ਆਪਣਾ ਚਰਨ ਟਿਕਾਣਾ ਸਮਝੋ। ਰਾਏ ਆਪ ਇਹ ਬਿਨੈ ਕਰਨ ਲਈ ਆ ਰਿਹਾ ਹੈ। ਹੁਕਮ ਹੋ ਜਾਏ ਜੋ ਪਹਿਰੇ ਦੇ ਸਿੰਘ ਰੋਕ ਟੋਕ ਨਾ ਕਰਨ, ਸਾਹਿਬ ਦੇ ਦਰਬਾਰ ਹਜ਼ੂਰੀ ਵਿੱਚ ਹਾਜ਼ਰ ਹੋ ਜਾਏ। ਗੁਰੂ ਜੀ ਨੈਣ ਮੁੰਦ ਕੇ ਫਿਰ ਖੋਲੇ ਤੇ ਪਰਲੇ ਪਾਸੇ ਤੱਕੇ। ਉਹ ਖਾਲਸਾ ਕੌਣ ਹੈ? ਦੜਕਾ ਸਿੰਘ, ਇਧਰ ਆਓ। ਦੜਕਾ ਸਿੰਘ ਘੋੜਾ ਭਜਾ ਕੇ ਆਇਆ। ਸਾਹਿਬ ਜੀ ਉਹ ਹੁਕਮ ਕਰੋ। ਗੁਰੂ ਜੀ ਇਸ ਸਿੰਘ ਦੇ ਨਾਲ ਦਰਿਆ ਬੰਨੇ ਜਾਓ। ਰਾਏ ਵਿਸਾਲੀ ਆ ਰਿਹਾ ਹੈ, ਸਨਮਾਨ ਨਾਲ ਲੈ ਆਓ। ਦੜਕਾ ਸਿੰਘ ਘੋੜੇ ਤੋਂ ਉਤਰ ਕੇ ਕੰਨ ਵਿੱਚ, ਰਾਜਿਆਂ ਦਾ ਇਤਬਾਰ ਨਹੀਂ, ਪਹਿਲਾਂ ਤਸੱਲੀ ਕਰਕੇ ਲਿਆਵਾਂ ਕਿ ਜਿਵੇਂ ਆਵਣ ਹਾਜ਼ਰ ਕਰਾਂ। ਗੁਰੂ ਜੀ ਸਨਮਾਨ ਦੀ ਹੱਦ ਦੇ ਅੰਦਰ ਅੰਦਰ ਤਸੱਲੀ ਕਰ ਲਓ, ਪਰ ਲੋੜ ਨਹੀਂ। ਰਾਏ ਸੱਜਣ ਹੈ, ਸੋਜੀ ਵਾਲਾ ਹੈ, ਵਾਹਿਗੁਰੂ ਦਾ ਪ੍ਰੇਰਿਆ ਆ ਰਿਹਾ ਹੈ। ਸੀਸ ਝੁਕਾ ਕੇ ਦੜਕਾ ਸਿੰਘ ਪਾਰੋਂ ਆਏ ਸਿੰਘ ਨੂੰ ਆਪਣੇ ਮਗਰੇ ਬਿਠਾ ਕੇ ਵਗ ਗਿਆ। ਕੁਝ ਚਿਰ ਮਗਰੋਂ ਰਾਏ ਵਜ਼ੀਰ ਤੇ ਕੁਝ ਯੋਧੇ ਨਾਲ ਲੈ ਕੇ ਆ ਗਿਆ। ਰਾਏ ਜੀ ਨੇ ਆ ਕੇ ਚਰਨ ਪਰਸੇ ਤੇ ਫਿਰ ਬੇਨਤੀ ਕੀਤੀ ਉਸ, ਪ੍ਰਭ ਜੀ ਚਲੋ ਸੰਗ ਅਬ ਮੇਰੇ, ਹਿਰਦੈ ਜਾਨ ਕਰ ਆਪਣੇ ਚਿਹਰੇ, ਨਿਜ ਪਾਵਨ ਕਹੋ ਕਰੀਏ ਪਾਵਨ, ਜਿਨ ਤੇ ਹੋਏ ਸਦਨ ਮਮ ਪਾਵਨ, ਨਗਰ ਵਿਸਾਲੀ ਆਪਣੋ ਜਾਨੋ, ਰਹੋ ਨਿਕੇਤ ਬਾਸ ਕੋ ਠਾਨੋ, ਸਿੰਧ ਮੇਖਲਾ ਅਵਨੀ ਸਾਰੀ, ਮਹਾਰਾਜ ਪ੍ਰਭ ਇਹ ਤੁਮਾਰੀ, ਭੀਮ ਚੰਦ ਆਦਿਕ ਗਨ ਰਾਜੇ, मूड मती सब करें को काजे, हिंदू धर्म की तुझा पए हो, परोपकार कृपाल थिए हो, सर्व श्रोमण दीपक दीप, तुमरी समसर को अवनी, नर लीला के बन अंसारी, करो कृपासी प्रभ उपकारी, अपनो नगर जान कर तामू रचन जंग ते करो आराम। बेनती सुन के सतगुरु जी ने मेहर दी नज़र नाल तकिया ते किया, पूर्व जन्म तपियो तप जबे, सत्संगत पी की नस्तबे, तिसको फल तो कहो होए आयो, चाहत बंधन आपन गवायो, उपजी सुमत आन इस समय, निरपय होए गुर घर को निमे, सब के संग हमार बिखेरा, बिन विचार आयो इस बेरा, है जेकर इस भाव तुम्हारे, गम ने नगर विशाल मझारे, तू चल प्रथम अपन कर माही, हत बै रिप हम मिटै सुनाही। शीस निवा आ गया शीस ते तर, राय चला गया। गुरु रू प्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।